ਵਾਹਿਗੁਰੂ ਜੀ ਕੀ ਫਤਿਹ। ਰਹਾਉ ਵਾਲੀ ਭਗਤੀ 'ਚ ਸਤਿਗੁਰੂ ਬਖਸ਼ਿਸ਼ ਕਰਦੇ ਹੈ ਵੀ ਜਪ ਪਾਠ ਸਤਿਨਾਮ ਸਦਾ ਸਤਿਨਾਮ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਨਾ ਉਹਦੇ ਸੱਚੇ ਨਾਮ ਨੂੰ ਜਪ, ਉਸ ਪਰਮਾਤਮਾ ਦੇ ਗੁਣ ਗਾਇਆ ਕਰ। ਜਪ ਮਨ ਮੇਰੇ ਏਕੋ ਨਾਮ, ਜੀ ਤੇਰੇ ਕੇ ਆਵੇ ਕਾਮ। ਜਾ ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਝੋਲਾ। ਬੜਾ ਤੈਨੂੰ ਨਾਮ ਦਾ ਆਸਰਾ ਲੈਣਾ ਚਾਹੀਦਾ, ਫਿਰ ਤੱਤੇ ਝੋਲਿਆਂ ਤੋਂ ਬਚੇਗਾ। ਤਾਂ ਸਤਿਗੁਰੂ ਕਹਿੰਦੇ ਸੋਈ ਧਿਆਈਐ ਜੀ ਅੜੈ, ਸਿਰ ਸ਼ਾਹਾਂ ਪਾਤਸ਼ਾਹੂ। ਜਪ ਮਨ ਸਤਿਨਾਮ ਸਦਾ ਸਤਿਨਾਮ। ਸਤਿਗੁਰੂ ਕਹਿੰਦੇ ਉਹਦੇ ਸੱਚੇ ਨਾਮ ਨੂੰ ਜਪ। ਸੋਈ ਧਿਆਈਐ ਜੀ ਅੜੇ, ਸਿਰ ਸਾਹਾਂ ਪਾਤਸ਼ਾਹੂ। ਤੇਸੀ ਹੀ ਕੀ ਕਦ ਆਸ ਮਨ, ਮਨ ਇੱਕ ਵਾਹਿਗੁਰੂ ਤੇ ਆਸ ਰੱਖ, ਜਿਸ ਕਾ ਸਭ ਸੁਭ ਸਾਉ। ਜਿਹਦੇ ਤੇ ਸਾਰੇ ਵਿਸ਼ਵਾਸ ਰੱਖਦੇ ਹੈ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਜਿਹੜਾ ਇੱਕ ਦਿਨ ਸੰਘਾਰ ਕਰੇਗਾ। ਤੂੰ ਉਸ ਪਾਵਰ ਤੱਕ, ਉਹ ਜਿਹੜੀ ਸੁਪਰੀਮ ਪਾਵਰ ਹੈ, ਉਹਦੇ ਨਾਲ ਜੋੜ। ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹੋ। ਸਾਰੀਆਂ ਆਪਣੀਆਂ ਸਿਆਣਪਾਂ ਛੱਡ ਕੇ ਨਾ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ। ਗੁਰੂ ਸਾਹਿਬ ਫਿਰ ਰੱਬ ਨੂੰ ਜਪਣ ਦੀ ਪ੍ਰੇਰਨਾ ਤੇ ਗੁਰੂ ਸਾਹਿਬ ਹੀ ਕਰ ਰਹੇ ਹੈ। ਮਹਾਰਾਜ ਕਹਿੰਦੇ ਜਿਹੜਾ ਸਾਰਿਆਂ ਤੇ ਹੁਕਮ ਚਲਾਉਂਦੇ ਉਹਨੂੰ ਜਪ, ਤੇ ਆਪਣੀ ਸਿਆਣਪ ਛੱਡ ਕੇ ਗੁਰੂ ਚਰਨਾਂ ਨਾਲ ਜੋੜ। ਮਨ ਮੇਰੇ ਸੁਖ ਸਹਿਜ ਸਹਿਜ ਸੇਤੀ, ਜਪ ਨਾਉ ਮੇਰੇ ਮਨ ਸੁਖ ਸਹਿਜ ਸੇਤੀ। ਬੜੀ ਖੁਸ਼ੀ ਸਹਿਤ ਆਤਮਿਕ ਡੋਲਤਾ ਦੇ ਅੰਦਰ ਟਿਕ ਕੇ ਉਸ ਵਾਹਿਗੁਰੂ ਨੂੰ ਜਪਣਾ ਕਰ। ਸੁਖ ਸਹਿਜ ਸੇਤੀ ਜਪ ਨਾਉ, ਆਠ ਪਹਿਰ ਪ੍ਰਭ ਧਿਆਏ ਤੂੰ। ਅੱਠੇ ਪਹਿਰ ਉਸ ਪ੍ਰਭੂ ਨੂੰ ਧਿਆਉਣਾ। ਜਪ ਮਨ ਸਤਿਨਾਮ ਸਦਾ ਸਤਿਨਾਮ। ਸਦਾ ਹੀ ਬਹਿੰਦਿਆਂ ਉੱਠਦਿਆਂ, ਸੌਂਦਿਆਂ ਜਾਗਦਿਆਂ, ਸਾਰਾ ਦਿਨ ਧੰਦੇ ਕਰਦੇ ਉਸ ਵਾਹਿਗੁਰੂ ਨੂੰ ਚੇਤੇ ਰੱਖਣਾ। ਆਠ ਪਹਿਰ ਪ੍ਰਭ ਧਿਆਏ ਤੂੰ, ਗੁਣ ਗੋਇੰਦ ਨਿਤ ਗਾਓ। ਮਹਾਰਾਜ ਕਹਿੰਦੇ ਨਿਤ ਸਦਾ ਹੀ ਉਹਦੇ ਗੁਣ ਗਾਉਣੇ ਚਾਹੀਦੇ। ਜਿਹੜਾ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਹੈ, ਤਿਸ ਕੀ ਸਰਨੀ ਪਦ ਬਣਾ। ਮਹਾਰਾਜ ਕਹਿੰਦੇ ਉਹਦੀ ਸਰਨੀ ਪੈ, ਜਿਸ ਜੀਵਨ ਅਵਰ ਨਾ ਕੋਈ। ਰੱਬ ਵਰਗੀ ਕੋਈ ਦੂਸਰੀ ਹਸਤੀ ਨਹੀਂ ਹੈ ਸੰਸਾਰ ਦੇ ਉੱਪਰ। ਸਤਿਗੁਰੂ ਕਹਿੰਦੇ ਉਹਦੀ ਸ਼ਰਨੀ ਪੈ, ਜਿਹਦੇ ਵਰਗਾ ਕੋਈ ਦੂਸਰਾ ਨਹੀਂ ਹੈ। ਜਿਹੜਾ ਸਭ ਤੋਂ ਵੱਡਾ, ਜਿਹੜਾ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਮਹਾਰਾਜ ਕਹਿੰਦੇ ਤੂੰ ਉਹਦੇ ਨਾਲ ਜੋੜ। ਜਦ ਅਸੀਂ ਬਚਨ ਪੜ੍ਹਦੇ ਹਾਂ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਮਹਾਰਾਜ ਕਹਿੰਦੇ ਐਸੇ ਨਾਮ ਨੂੰ, ਉਹਦੇ ਨਾਮ ਨੂੰ ਜਪ ਜਿਹਦਾ ਹੁਕਮ ਸਾਰਿਆਂ ਤੇ ਚੱਲਦਾ ਹੈ। ਤੂੰ ਉਹਨਾਂ ਨੂੰ ਨਾ ਜਪ ਜਿਹੜੇ ਹੁਕਮ 'ਚ ਨੇ, ਤੂੰ ਉਹਨਾਂ ਨੂੰ ਜਪ ਜਿਹਦਾ ਹੁਕਮ ਸਾਰਿਆਂ ਤੇ ਚੱਲਦਾ ਹੈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਉਹ ਨਾਮ ਜਪ ਜਿਹੜਾ ਤੈਨੂੰ ਹੀਰਲੇ ਸਮੇਂ ਛਡਾਏ, ਬੰਧਨਾਂ ਤੋਂ ਆਜ਼ਾਦ ਕਰੇ, ਜਨਮ ਮਰਨ ਦੇ ਗੇੜ ਤੋਂ ਤੈਨੂੰ ਮੁਕਤ ਕਰੇ। ਮਹਾਰਾਜ ਕਹਿੰਦੇ ਉਹਦਾ ਨਾਮ ਹੀ ਜਪ। ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ। ਮਹਾਰਾਜ ਕਹਿੰਦੇ ਤੇਰਾ ਮਨੋਰਥ ਪੂਰਾ ਹੈਗਾ ਜੇ ਇੱਕ ਨੂੰ ਜਪੇਗਾ। ਜੇ ਇੱਕ ਦੇ ਨਾਲ ਜੁੜੇਗਾ, ਤੇਰਾ ਆਇਆ ਇੱਥੇ ਸਫਲ ਹੈ। ਤੂੰ ਰੱਬ ਦੇ ਘਰ ਪ੍ਰਵਾਨ ਹੋਏਗਾ। ਏਕੋ ਨਾਮ ਧਿਆਏ ਮਨ ਮੇਰੇ, ਇੱਕ ਦਾ ਹੀ ਨਾਮ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਉਹ ਰੱਬ ਇੱਕ ਦੰਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ। ਉਹਨੂੰ ਜਪ ਜਿਹਦੇ ਘਰ ਸਾਰਾ ਕੁਝ ਹੀ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਤੂੰ ਉਹਦੇ ਨਾਲ ਜੁੜ, ਉਹਨੂੰ ਜਪ।
ਜਿਹਦਾ ਹੁਕਮ ਸਾਧਿਆਂ ਤੇ ਚੱਲਦਾ ਹੈ, ਜਿਹਦੇ ਹੁਕਮ 'ਚ ਸਾਡੀ ਸ੍ਰਿਸ਼ਟੀ ਹੈ। ਤੇ ਮਹਾਰਾਜ ਕਹਿੰਦੇ ਤੂੰ ਵੀ ਉਹਦੇ ਹੁਕਮ 'ਚ ਆ, ਜਪਣਾ ਹੁਕਮ 'ਚ ਆ ਜਾਣਾ, ਇਹਦਾ ਅਰਥ ਇਹ ਕੀ ਹੈ? ਤੇ ਜਦੋਂ ਉਹਨੂੰ ਜਪੇਗਾ ਫਿਰ ਤੇਰਾ ਇਹ ਪ੍ਰਯੋਜਨ ਜਿਹੜਾ ਇੱਥੇ ਆਉਣ ਦਾ ਉਹ ਪੂਰਾ ਹੋਣਾ ਹੈ। ਅਸੀਂ ਆਈ ਉਹਨੂੰ ਜਪਣ ਹੈ, ਰੱਬ ਨੇ ਤਰਸ ਕਰਕੇ ਸਾਨੂੰ ਇਹ ਜੀਵਨ ਦਿੱਤਾ ਹੈ। ਤੇ ਮਹਾਰਾਜ ਕਹਿੰਦੇ ਜਦੋਂ ਜਪੇਗਾ ਫਿਰ ਤੈਨੂੰ ਸਾਰੇ ਸੁੱਖ ਵੀ ਪ੍ਰਾਪਤ ਹੋਣਗੇ। ਜਪ ਮਨ ਸਤਿਨਾਮ ਸਦਾ ਸਤਿਨਾਮ। ਭਾਈ ਗੁਰਦਾਸ ਜੀ ਕਹਿੰਦੇ ਨਾ, ਸਤਿਨਾਮ ਪੜ੍ਹ ਮੰਤਰ ਸੁਣਾਇਆ। ਇਹੀ ਤੇ ਮੰਤਰ ਸੰਸਾਰ ਨੂੰ ਮਹਾਰਾਜ ਨੇ ਸੁਣਾਇਆ। ਭਾਈ ਸੱਚੇ ਨਾਮ ਨਾਲ ਜੁੜੋ, ਇੱਕ ਨਾਲ ਜੁੜੋ, ਉਹ ਰੱਬ ਇੱਕ ਹੈ। ਤੇ ਜਦੋਂ ਸਦਾ ਉਹਨੂੰ ਜਪੇਗਾ ਫਿਰ ਹਲਤ ਪਲਤ ਮੁਖ ਉਜੜ ਹੋਈ ਹੈ। ਤੇਰਾ ਲੋਕ ਪਰਲੋਕ ਚ ਮੁਖ ਉਜੜਾ ਹੋਏਗਾ। ਭਾਵ ਕਿ ਤੈਨੂੰ ਸਤਿਕਾਰ ਮਿਲੇਗਾ। ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ, ਜੁਗ ਜੁਗ ਸ਼ੋਭਾ ਹੋਏ। ਹਲਤ ਪਲਤ ਮੁਖ ਉਜੜ ਹੋਈ ਹੈ। ਹਲਤ ਪਲਤ ਲੋਕ ਤੇ ਪਰਲੋਕ ਦੇ ਅੰਦਰ ਗੁਰਮੁਖ ਜਿਹਨਾਂ ਨੂੰ ਇੱਥੇ ਮਾਣ ਸਤਿਕਾਰ ਮਿਲਿਆ ਹੈ ਨਾ, ਉਹਨਾਂ ਦੀ ਪਰਲੋਕ ਦੇ ਅੰਦਰ ਵੀ ਜੈ ਜੈਕਾਰ ਹੈ। ਜਿਨ੍ਹਾਂ ਨੇ ਇੱਥੇ ਚੰਗੇ ਕਰਮ ਕੀਤੇ ਹੈ, ਇੱਥੇ ਰਹਿੰਦੇ ਆ, ਜਿਹਨੂੰ ਸੰਸਾਰ ਨੇ ਪ੍ਰਵਾਨ ਕਰ ਲਿਆ, ਜਾਂ ਜਿਹੜਾ ਗੁਰੂ ਚਰਨਾਂ 'ਚ ਪ੍ਰਵਾਨ ਹੋ ਜਾਂਦਾ, ਚੰਗੇ ਕਰਮ ਕਰਨ ਵਾਲਾ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰ ਲੈਂਦਾ। ਕਰਮ ਚੰਗੇ ਤੇ ਗੁਰੂ ਦੀ ਨਦਰ ਦਾ ਪਾਤਰ ਬਣ ਜਾਂਦਾ। ਜਿਸ ਨੂੰ ਨਦਰ ਕਰਮ ਹੋਵੇ ਹਿਰਦੈ ਤੇ ਨਾ ਸਮਾਣੇ, ਉਹ ਅੰਮ੍ਰਿਤਮਈ ਬਾਣੀ ਗੁਰੂ ਦੇ ਹਿਰਦੇ 'ਚ ਵਸ ਜਾਂਦੀ ਹੈ। ਉਹਦਾ ਲੋਕ ਪਰਲੋਕ ਸਮਝ ਜਾਂਦਾ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸੁਭਾਵੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਭਾਵੈ। ਜਿਹੜੇ ਜੀ ਨਾਲ ਸੰਭਾਲਦੇ ਆ, ਜਿਹੜੇ ਸੁਰਤ 'ਚ ਸ਼ਬਦ ਨੂੰ ਟਿਕਾ ਲੈਂਦੇ ਹੈ, ਜਿਨ੍ਹਾਂ ਦੀ ਰੂਹ 'ਚ ਨਾਮ ਵਸ ਜਾਂਦਾ ਹੈ, ਮਹਾਰਾਜ ਕਹਿੰਦੇ ਲੋਕ ਪਰਲੋਕ ਉਹਨਾਂ ਦਾ ਸਬਰ ਜਾਂਦਾ ਹੈ। ਹਲਤ ਪਲਤ ਮੁਖ ਉਜੜ ਹੋਈ ਹੈ। ਤੇਰਾ ਲੋਕ ਪਰਲੋਕ 'ਚ ਭਾਈ ਮੁਖ ਉਜੜ ਹੋਏਗਾ। ਲੋਕ ਤੈਨੂੰ ਸਤਿਕਾਰ ਦੇਣਗੇ, ਉਹ ਤੇਰਾ ਮਾਣ ਕਰਨਗੇ, ਉਹ ਤੈਨੂੰ ਪ੍ਰਵਾਨ ਕਰ ਲੈਣਗੇ। ਫਿਰ ਤੂੰ ਰੱਬ ਦੇ ਘਰ ਵੀ ਪ੍ਰਵਾਨ ਹੋਏਗਾ। ਵਿੱਚ ਦੁਨੀਆ ਸੇਵਕ ਪਾਈਏ ਤਾਂ ਦਰਗਾਹ ਬੈਸਨ ਪਾਈਏ, ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਮਿਲੇਗਾ। ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੀ ਦਰਗਾਹ ਸ਼ੋਭਾ ਸੇਤ। ਦਰਗਾਹ 'ਚ ਵੀ ਸ਼ੋਭਾ ਮਿਲੇਗੀ। ਜਾਂ ਅਸੀਂ ਬਚਨ ਪੜ੍ਹਦੇ ਹਾਂ, ਸੱਚੇ ਮਾਰਗ ਚੱਲਦੇ ਹਾਂ। ਜਦੋਂ ਇੱਥੇ ਰਹਿੰਦੇ ਆ ਤੂੰ ਸੱਚੇ ਮਾਰਗ 'ਤੇ ਚੱਲੇਗਾ। ਉਸਤਤ ਕਰੇ ਜਹਾਨ, ਜਹਾਨ ਵੀ ਉਸਤਤ ਕਰਦਾ ਹੈ। ਕੋਈ ਬੰਦਾ ਨਾ ਚੰਗੇ ਗੁਣਾਂ ਸਹਿਤ ਵਿਚਰਦਾ, ਉਹ ਕਹਿੰਦਾ ਨਹੀਂ ਹੈ ਤੁਸੀਂ ਮੇਰੀ ਉਸਤਤ ਕਰੋ ਜਾਂ ਮੈਂ ਚੰਗਾ ਹੈ, ਔਰ ਤੁਸੀਂ ਉਹਨੂੰ ਚੰਗਾ ਕਹੋਗੇ ਜ਼ਰੂਰ ਇੱਕ ਦਿਨ, ਕਿਉਂਕਿ ਉਹਦੇ 'ਚ ਚੰਗੇ ਗੁਣ ਹੈ। ਗੁਣਾਂ ਕਰਕੇ ਉਹਨੂੰ ਸਤਿਕਾਰ ਮਿਲਦਾ ਹੈ। ਜੇ ਇੱਥੇ ਸਤਿਕਾਰ ਮਿਲਦਾ ਫਿਰ ਰੇ ਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇ, ਉੱਥੇ ਵੀ ਮਾਨ ਸਤਿਕਾਰ ਮਿਲਦਾ ਹੈ। ਉਹਦਾ ਦੋਵਾਂ ਜਹਾਨਾਂ 'ਚ ਮੁੱਖ ਉਜਲਾ। ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਜਿਹੜੇ ਨਿਤ ਹਰ ਪੁਰਖ ਨਿਰੰਜਨ ਨੂੰ ਜਪਦੇ ਆ, ਜਿਹੜਾ ਕਾਲਖ ਰਹਿਤ, ਹਾਂ ਉਹ ਨਿਤ ਜਪਦੇ ਆ। ਉਹਦੇ ਹੁਕਮ 'ਚ, ਉਹਦੀ ਰਜ਼ਾ 'ਚ, ਉਹਦੇ ਭਾਣੇ 'ਚ ਚੱਲਣ ਵਾਲੇ ਪ੍ਰਵਾਨ ਹੋ ਜਾਂਦੇ ਆ। ਉਹ ਆਪਣੇ ਆਪ ਨੂੰ ਖਰਾ ਕਰ ਲੈਂਦੇ ਬਾਣੀ ਨਾਲ ਜੁੜ ਕੇ। ਗੁਰਬਾਣੀ ਦੀ ਕਸਵੱਟੀ ਤੇ ਆਪਣੇ ਆਪ ਨੂੰ ਲਾ ਕੇ ਉਹ ਖਰੇ ਨਿਤਰਦੇ ਆ। ਫਿਰ ਖਰੇ ਖਜ਼ਾਨੇ ਪਾਈ ਹਨ ਖੋਟੇ ਸੁੱਟੀਏ ਬਾਰ ਬਾਰ। ਉਹ ਖਰਾ ਮਨੁੱਖ ਖਜ਼ਾਨੇ 'ਚ ਪੈ ਜਾਂਦੇ, ਕਿਉਂਕਿ ਉਹਨੂੰ ਜਪਦਾ ਹੈ। ਤੇ ਜਪਣ ਦਾ ਹੁਣ ਲਾਭ ਕੀ ਹੈ? ਰੱਬ ਵਾਲੀ ਭਗਤੀ 'ਚ ਗੁਰੂ ਰਾਮਦਾਸ ਜੀ ਕਹਿੰਦੇ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਾਰ। ਉਹ ਜਿਹੜਾ ਹਰ ਹੈ ਨਾ, ਉਹ ਸਾਰੀਆਂ ਇੱਛਾ ਪੂਰੀਆਂ ਕਰਦਾ ਹੈ। ਸਰਬ ਸੁਖ ਸਾਰੇ ਸੁੱਖਾਂ ਦਾ ਉਹ ਦਾਤਾ ਹੈ। ਮਹਾਰਾਜ ਨੇ ਸਾਨੂੰ ਬਚਨ ਕਹੇ, ਜੇ ਸੁਖੀ ਹੋਣਾ ਚਾਹੁੰਦਾ, ਜੇ ਸੁਖ ਪ੍ਰਾਪਤ ਬੰਦਿਆ ਕਰਨਾ ਚਾਹੁੰਦਾ, ਤੇ ਤੈਨੂੰ ਰੱਬ ਦੇ ਨਾਲ ਜੁੜਨਾ ਪਏਗਾ।
क्योंकि सुखों का दाता तो है ही वो है, सुख तो है ही रब के घर है। जे सुख को चाहे है सदा शरण राम की ले, राम की शरण च जाना पएगा। सब सुख दाता राम है, दूसर नाहित कोई। सारे सुखों का दाता तो राम है, वो परमात्मा है। तो महाराज कहते इच्छा पूर को तेरिया इच्छा भी पूरियां करेगा, सारे सुख भी तेनों देगा। ਹੁਣ ਸੰਸਾਰ 'ਚ ਵੇਖੀਏ ਸਾਰਿਆਂ ਦੀਆਂ ਇੱਛਾ ਵੀ ਨਹੀਂ ਪੂਰੀਆਂ ਹੋਈਆਂ ਅਤੇ ਸਾਰਿਆਂ ਨੂੰ ਸਾਰੇ ਸੁੱਖ ਵੀ ਨਹੀਂ ਮਿਲੇ ਹੈ, ਕਿਉਂਕਿ ਰੱਬ ਨਾਲ ਨਹੀਂ ਜੁੜੇ। ਅਸੀਂ ਸੁੱਖ ਹੋਰ ਕਿਸੇ ਜਗ੍ਹਾ ਤੋਂ ਭਾਲਦੇ ਹਾਂ, ਅਸੀਂ ਸੁੱਖ ਪਾਸਿਓਂ ਲੱਭਦੇ ਹਾਂ। ਕੋਈ ਮਾਇਆ 'ਚੋਂ ਲੱਭਣਾ ਚਾਹੁੰਦਾ, ਕੋਈ ਪਰਿਵਾਰ 'ਚੋਂ ਲੱਭ ਰਿਹਾ, ਕੋਈ ਕਿਸੇ 'ਚੋਂ। ਉਹ ਸੁੱਖ ਨਹੀਂ ਹੈ। ਹਾਂ, ਅਲਪ ਸੁੱਖ ਬਣੀ ਹੈ ਵੀ ਥੋੜ੍ਹੇ ਸਮੇਂ ਵਾਸਤੇ ਸੁੱਖ ਮਿਲ ਸਕਦਾ ਹੈ, ਮਾਇਆ ਦੀ ਕੋਈ ਸਹੂਲਤ ਲੈ ਸਕਦਾ ਹੈ। ਕੋਈ ਧੀਆਂ ਪੁੱਤਰਾਂ 'ਤੇ ਆਸ ਲਾਈ ਬੈਠਾ ਹੈ, ਜੜਨੀ ਗਰਭ ਪਾਲਤੀ ਸੁਤ ਕੀ ਕਾ ਰਾਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਆਸਾਂ ਲਾ ਕੇ ਬੈਠੇ ਨਾ ਵੀ ਧੀਆਂ ਪੁੱਤਰਾਂ ਨਾਲ ਹੀ ਸਾਨੂੰ ਸੁੱਖ ਮਿਲੇਗਾ, ਜਾਂ ਮਾਂ ਪਿਓ ਰਾਹੀਂ ਸੁੱਖ ਮਿਲੇਗਾ, ਰਿਸ਼ਤੇਦਾਰਾਂ ਰਾਹੀਂ, ਮਾਇਆ ਰਾਹੀਂ। ਮਹਾਰਾਜ ਕਹਿੰਦੇ ਆਸਾਂ ਬਹੁਤ ਲਾਉਂਦਾ ਮਨੁੱਖ, ਪਰ ਸੁੱਖ ਇਹਨੂੰ ਮਿਲਦਾ ਕਿਤੇ ਨਹੀਂ। ਮੰਨ ਲਓ ਹੁਣ ਕੋਈ ਬੰਦਾ ਆਪਣੇ ਬੱਚਿਆਂ 'ਤੇ ਆਸ ਲਾਈ ਬੈਠਾ, ਹੁਣ ਹਰੇਕ ਇਹੀ ਗੱਲ ਕਹਿੰਦਾ ਵੀ ਜਦੋਂ ਬੱਚੇ ਜਵਾਨ ਹੋ ਜਾਣਗੇ ਭਾਈ ਫਿਰ ਆਪਾਂ ਸੁਰੱਖਿਅਤ ਹੋ ਜਾਣਾ। ਫਿਰ ਉਹ ਆ ਜਿਹੜੇ ਸੁੱਖ ਭਾਲਦਾ ਸੀ ਨਾ, ਉਹ ਸੁੱਖ ਇਹਨੂੰ ਮਿਲਦਾ ਨਹੀਂ ਉੱਥੋਂ। ਜਿਹੜੇ ਸੁੱਖ ਦੀ ਅਸੀਂ ਇੱਛਾ ਰੱਖਦੇ ਨਾ ਕਿਸੇ ਚੀਜ਼ ਦੀ ਪ੍ਰਾਪਤੀ ਤੋਂ ਬਾਅਦ, ਉਹ ਸੁੱਖ ਸਾਨੂੰ ਮਿਲਦਾ ਨਹੀਂ ਹੈ। ਚੀਜ਼ ਜ਼ਰੂਰ ਭਾਵੇਂ ਪ੍ਰਾਪਤ ਹੋ ਜਾਂਦੀ ਹੋਵੇ, ਪਰ ਜਿਹੜੇ ਸੁੱਖ ਦੀ ਆਸ ਲਾ ਕੇ ਬੈਠੇ ਹੁੰਦੇ ਉਹ ਸੁੱਖ ਮਿਲਦਾ ਨਹੀਂ। ਮਹਾਰਾਜ ਨੇ ਲਿਖ ਕੇ ਦਿੱਤਾ, ਔਰ ਬਹੁਤ ਵਾਰੀ ਬਚਨ ਆਪਾਂ ਸਾਂਝੇ ਕੀਤੇ। ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਭੇਖੈ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਈ, ਸਰਬ ਸੁੱਖਾ ਹਰ ਹਰ ਗੁਣ ਗਾਏ। ਸੁੱਖ ਹਰ ਦੇ ਗੁਣ ਗਾਉਣ 'ਚ ਹੈ, ਸੁੱਖ ਇਹਨਾਂ ਪਦਾਰਥਾਂ 'ਚ ਨਹੀਂ ਹੈ। ਹਾਂ, ਥੋੜ੍ਹੇ ਸਮੇਂ ਦਾ ਸੁੱਖ ਮਿਲ ਸਕਦਾ ਹੈ, ਪਰ ਸਦੀਵ ਨਹੀਂ। ਸਦੀਵ ਸੁੱਖ ਉਹਨੂੰ ਮਿਲਣਾ ਜਿਹਦੀ ਆਤਮਾ ਸੁਖੀ ਹੈ। ਆਤਮਾ ਸੁਖੀ ਜੁੜ ਕੇ ਹੀ ਹੋ ਸਕਦੀ ਹੈ, ਬਾਣੀ ਨਾਲ ਜਾਂ ਨਾਮ ਨਾਲ। ਨਹੀਂ ਤੇ ਸਾਰੇ ਹੀ ਬਚਨ ਬਹੁਤ ਵਾਰੀ ਸਾਂਝੇ ਕੀਤੇ। ਜੈ ਧਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਮਿਲ ਲਾਏ। ਹਾਲਤ ਇਹੋ ਜਿਹੀ ਹੈ। ਇੱਥੇ ਮਹਾਰਾਜ ਕਹਿੰਦੇ ਇੱਛਾ ਵੀ ਪੂਰੀਆਂ ਹੁੰਦੀਆਂ ਨੇ ਤੇ ਸਰਬ ਸੁੱਖ ਵੀ ਮਿਲਦਾ ਹੈ। ਕਦੋਂ? ਜਦੋਂ ਜਪ ਮਨ ਸਤਿਨਾਮ ਸਦਾ ਸਤਿਨਾਮ, ਜਦੋਂ ਸਦਾ ਉਹਦੇ ਨਾਮ ਨੂੰ ਜਪੇਗਾ ਇੱਛਾ ਵੀ ਪੂਰੀ। ਇੱਛਾ ਪੂਰੀ ਹੋਣ ਦਾ ਮਤਲਬ ਨਹੀਂ ਵੀ ਜੋ ਮੰਗੀ ਜਾਏਗਾ ਮਿਲੀ ਜਾਏਗਾ। ਕਿਤੇ ਵੀ ਹੁੰਦਾ ਨਾ ਵੀ ਕਦੇ ਇੱਛਾ ਕਦੀ ਬੰਦੇ ਦੀ ਪੂਰੀ ਨਹੀਂ ਹੁੰਦੀ ਹੈ, ਵਾਸ਼ਨਾ ਕਦੀ ਪੂਰੀਆਂ ਨਹੀਂ ਹੁੰਦੀਆਂ, ਕਾਮਨਾ ਕਦੀ ਪੂਰੀਆਂ ਨਹੀਂ ਹੁੰਦੀਆਂ। ਮੰਨ ਲਓ ਹੁਣ ਆਪਾਂ ਜਿੱਥੇ ਕੋਈ ਵਿਚਰਦੇ ਹਾਂ, ਸਾਡੀ ਇਸ ਤੋਂ ਅੱਗੇ ਵਧਣ ਦੀ ਇੱਛਾ ਸਾਰਿਆਂ ਦੀ, ਤੇ ਜਿੱਥੇ ਤੱਕ ਪਹੁੰਚਣਾ ਚਾਹੁੰਦੇ ਪਹੁੰਚ ਕੇ ਕਿਹੜਾ ਬੰਦਾ ਤ੍ਰਿਪਤ ਹੋ ਜਾਂਦਾ ਹੈ। ਮੰਨ ਲਓ ਕਿਸੇ ਦੀ ਅੱਜ 10,000 ਰੁਪਈਆ ਤਨਖਾਹ, ਉਹ ਕਹਿੰਦਾ 50,000 ਰੁਪਈਆ ਹੁੰਦੀ ਨਾ ਕਿਤੇ ਬੜਾ ਆਨੰਦ ਸੀ ਬਾਪਾ, ਤੇ ਆ ਕੋਈ ਬੇਈਮਾਨੀ ਨਹੀਂ ਕਰਨੀ, ਕਿ ਨਾ ਠੱਗੀ ਨਹੀਂ ਮਾਰਨੀ। ਤੇ ਜਿਹਦੀ 50,000 ਰੁਪਈਆ ਤਨਖਾਹ ਉਹਨੂੰ ਵੇਖੋ, ਉਹ ਕਹਿੰਦਾ ਮੇਰੀ ਤ੍ਰਿਪਤੀ ਨਹੀਂ ਇਹਦੇ ਅੰਦਰ। ਕਦੀ ਪੈਸੇ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਆਤਮਾ ਰੱਜਦੀ ਨਹੀਂ ਹੈ। ਇੱਛਾ ਪੂਰੀਆਂ ਦਾ ਮਤਲਬ ਇੱਥੇ ਵੀ ਤ੍ਰਿਪਤ ਹੋ ਜਾਂਦਾ ਮਨੁੱਖ, ਸੰਤੋਖੀ ਬਣ ਜਾਂਦਾ ਉਹਨੂੰ ਜਪ ਕੇ। ਇਹ ਨਹੀਂ ਹੈ ਵੀ ਸਾਰਾ ਕੁਝ ਮਿਲ ਜਾਂਦਾ ਤੇ ਉਹ ਤ੍ਰਿਪਤ ਹੋ ਜਾਂਦਾ ਹੈ। ਕਈਆਂ ਕੋਲ ਸਭ ਕੁਝ ਹੈ, ਕਿਹੜੇ ਉਹ ਤ੍ਰਿਪਤ ਬੈਠੇ ਹੋਏ। ਜਿੰਨਾ ਕੁਝ ਹੈ ਉਨੀਆਂ ਵੱਡੀਆਂ ਜਾਤੀਆਂ ਠੱਗੀਆਂ ਮਾਰਨੀਆਂ ਚਾਹੁੰਦੇ। ਕਈ ਤੁਹਾਨੂੰ ਬੰਦੇ ਤ੍ਰਿਪਤ ਮਿਲ ਜਾਣਗੇ, ਉਹਨਾਂ ਕੋਲ ਬਹੁਤਾ ਕੁਝ ਨਹੀਂ, ਵੈਸੇ ਉਹ ਸੰਤੋਖੀ ਹੈ, ਰੱਬ 'ਤੇ ਵਿਸ਼ਵਾਸ ਰੱਖਣ ਵਾਲੇ। ਦਾਸ ਨੇ ਕਈ ਵਾਰੀ ਬੇਨਤੀ ਕੀਤੀ, ਜਿਵੇਂ ਭਾਈ ਮਨਸ਼ਾ ਸਿੰਘ ਰਾਗੀ ਸਨ ਦਰਬਾਰ ਸਾਹਿਬ ਦੇ, ਉਹ ਜਿਸ ਕਮਰੇ 'ਚ ਰੂਮ 'ਚ ਜਾਂ ਘਰ 'ਚ ਰਹਿੰਦੇ ਹਨ, ਉਹ ਕੱਚਾ ਘਰ ਹੁੰਦਾ ਹੈ। ਉਹ ਕੱਚੇ ਘਰ 'ਤੇ ਉਹ ਛੱਤਾਂ ਚੁੰਦੀਆਂ ਹਨ। ਜਦੋਂ ਬਾਰਿਸ਼ ਕਿਤੇ ਪੈਣ ਲੱਗਦੀ, ਝੜੀ ਲੱਗ ਜਾਂਦੀ, ਡਿੱਗ ਵੀ ਪੈਂਦੇ ਹਨ ਘਰ। ਤੇ ਮਨਸ਼ਾ ਸਿੰਘ ਰਾਗੀ ਨੂੰ ਸਮਾਨ ਰੱਖਣਾ ਪਿਆ ਬਾਹਰ, ਬਾਰਿਸ਼ ਪੈਂਦੀ ਰਹੀ। ਤੇ ਮਹਾਰਾਜਾ ਰਣਜੀਤ ਸਿੰਘ ਮੱਥਾ ਟੇਕਣ ਆ ਗਏ ਹਰਿਮੰਦਰ ਸਾਹਿਬ, ਤੇ ਕਿਸੇ ਨੇ ਤਾਨਾ ਮਾਰਿਆ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਿੱਖਾਂ ਦਾ ਰਾਜ ਕਾਹਦਾ ਹੈ, ਵੀ ਹਰਿਮੰਦਰ ਸਾਹਿਬ ਦੇ ਰਾਗੀ ਜਿਹੜੇ ਨੇ
ਉਹ ਤੇ ਛੱਤਾਂ ਚੌਂਦੀਆਂ 'ਚ ਸੌਂਦੇ ਨੇ ਰਾਤ ਨੂੰ। ਜਿੱਥੇ ਸਾਰਾ ਸੰਸਾਰ ਆਸਥਾ ਰੱਖਦਾ ਹੈ ਦਰਬਾਰ ਸਾਹਿਬ ਦੇ ਉੱਪਰ। ਤੇ ਮਹਾਰਾਜਾ ਰਣਜੀਤ ਸਿੰਘ ਤੂੰ ਕਹਿੰਦਾ ਵੀ ਮੇਰਾ ਰਾਜ ਹੈ, ਤੇਰਾ ਰਾਜ ਕਾਹਦਾ ਹੈ ਵੀ ਗੁਰੂ ਘਰ ਦੇ ਰਾਗੀ ਤੇ ਕੱਚਿਆਂ ਕਮਰਿਆਂ 'ਚ ਸੌਂਦੇ ਆ। ਮਹਾਰਾਜਾ ਰਣਜੀਤ ਸਿੰਘ ਮਨਸਾ ਸਿੰਘ ਦੇ ਘਰੇ ਜਾਂਦੇ ਹੈ, ਉਹਨੂੰ ਜਾ ਕੇ ਕਹਿੰਦੇ ਜੀ ਮੈਂ ਰਣਜੀਤ ਸਿੰਘ ਨੂੰ ਕਹਿੰਦੇ ਸੀ ਜਾਣਦੇ ਆ, ਕਹਿੰਦੇ ਸੁਣਿਆ ਵੀ ਤੁਹਾਡੀ ਛੱਤ ਚੋਂਦੀ ਹੈ ਵੀ ਘਰ ਕੱਚਾ ਹੈ। ਉਹ ਮਨਸਾ ਸਿੰਘ ਰਾਗੀ ਕਹਿੰਦਾ ਹਾਂ ਜੀ ਕੱਚਾ ਹੈ। ਕਹਿੰਦਾ ਫਿਰ ਦੱਸੋ ਕੀ ਕੁਝ ਚਾਹੀਦਾ। ਉਹ ਮਹਾਰਾਜਾ ਰਣਜੀਤ ਸਿੰਘ ਰਾਗੀ ਸਿੰਘ ਨੂੰ ਪੁੱਛਦਾ ਦੱਸੋ ਫਿਰ ਕੀ ਕੁਝ ਚਾਹੀਦਾ। ਉਹ ਰਾਗੀ ਸਿੰਘ ਮਨਸਾ ਸਿੰਘ ਕਹਿੰਦਾ ਕੁਝ ਨਹੀਂ ਚਾਹੀਦਾ। ਕਹਿੰਦਾ ਤਾਂ ਘਰ ਤੁਹਾਡਾ ਕੱਚਾ ਹੈ ਵੀ ਜੇ ਕੋਈ ਦੱਸੋ ਕਿੱਥੇ ਰਹਿਣਾ, ਕੀ ਕੁਝ ਕਿੰਨੀ ਜ਼ਮੀਨ ਨਵੇਂ ਥਾਂ 'ਤੇ ਘਰ ਲਾਟ ਕਰਦੇ ਨੇ। ਉਹ ਮਨਸਾ ਸਿੰਘ ਅੰਦਰੋਂ ਤ੍ਰਿਪਤ ਬੰਦਾ, ਉਹ ਕਹਿੰਦਾ ਜੀ ਜਿਹਦੇ ਗੁਰੂ ਰਾਮਦਾਸ ਦੀ ਬੁਕਲ 'ਚ ਜਾ ਕੇ ਅਸੀਂ ਕੀਰਤਨ ਕਰਦੇ ਹਾਂ ਨਾ, ਤੇ ਉਹੀ ਸਾਡਾ ਗੁਰੂ ਕਹਿੰਦਾ ਮਾਨੁਖ ਕੀ ਟੇਕ ਬਿਰਤੀ ਸਭ ਜਾਣ, ਦੇਵਨ ਕੋ ਇੱਕ ਭਗਵਾਨ ਵੀ ਦੇਣ ਵਾਲਾ ਰੱਬ ਹੈ, ਮਨੁੱਖ ਦੀ ਆਸ ਤੇ ਬਿਰਥ ਹੈ। ਅਸੀਂ ਕਿਸੇ ਮਨੁੱਖ ਤੋਂ ਕੁਝ ਨਹੀਂ ਮੰਗਦੇ। ਉਹ ਰਾਗੀ ਸਿੰਘ ਕਹਿੰਦਾ ਜਿੱਦਣ ਕਿਸੇ ਚੀਜ਼ ਦੀ ਜ਼ਰੂਰਤ ਹੋਏ ਨਾ ਗੁਰੂ ਰਾਮਦਾਸ ਜੀ ਤੋਂ ਮੰਗਾਂਗੇ, ਮਨੁੱਖ ਤੋਂ ਨਹੀਂ। ਤੂੰ ਸਾਨੂੰ ਤ੍ਰਿਪਤ, ਮਹਾਰਾਜਾ ਰਣਜੀਤ ਸਿੰਘ ਤੂੰ ਨਹੀਂ ਤ੍ਰਿਪਤ ਕਰ ਸਕਦਾ। ਔਰ ਤੈਨੂੰ ਸਾਡੀ ਫਿਕਰ ਕਰਨ ਦੀ ਲੋੜ ਨਹੀਂ, ਉਹ ਫਿਕਰ ਰਹੇ ਉਹਨੂੰ ਸਾਡੀ ਜਿਹਦੇ ਚਰਨਾਂ 'ਚ ਅਸੀਂ ਬੈਠ ਕੇ ਕੀਰਤਨ ਕਰਦੇ ਹਾਂ। ਜੋ ਇੱਥੇ ਹੀ ਸਾਨੂੰ ਰੱਖਣਾ ਚਾਹੁੰਦਾ ਹੈ ਨਾ, ਤੇ ਤੇਰੇ ਦਿੱਤਿਆਂ ਕੁਝ ਬਦਲਣ ਵਾਲਾ ਨਹੀਂ ਹੈ। ਬਦਲ ਜਾਗੇ ਉਧਰ ਜਦੋਂ ਗੁਰੂ ਰਾਮਦਾਸ ਜੀ ਬਦਲਣਾ ਚਾਹਣਗੇ, ਨਹੀਂ ਤੇ ਨਹੀਂ ਉਹਦੀ ਰਜ਼ਾ 'ਚ ਰਾਜ਼ੀ ਹੈ। ਹਾਂ ਕੀਰਤਨ 'ਚ ਕੁਤਾਹੀ ਹੋਈ ਤੇ ਫਿਰ ਦੱਸੋ, ਡਿਊਟੀ 'ਤੇ ਅਸੀਂ ਸਹੀ ਟਾਈਮ ਜਾਂਦੇ ਹਾਂ। ਗੁਰੂ ਰਾਮਦਾਸ ਜੀ ਜੇ ਇੱਥੇ ਰੱਖ ਕੇ ਖੁਸ਼ ਨੇ ਤੇ ਸਾਨੂੰ ਉੱਥੇ ਖੁਸ਼ ਰਹਿਣਾ ਚਾਹੀਦਾ। ਇਹਨੂੰ ਕਹਿੰਦੇ ਇੱਛਾ ਪੂਰਕ। ਆਹ ਇੱਛਾ ਪੂਰੀ ਹੈ, ਨਾ ਕਿ ਕੋਈ ਦਾਤਾਂ ਮਿਲ ਗਈਆਂ ਤੇ ਇੱਛਾ ਪੂਰੀ। ਉਹਦੀ ਇੱਛਾ ਨਹੀਂ ਪੂਰੀ ਜਿਹੜਾ ਦਾਤਾਂ ਦੇ ਲੋਭ ਚਾਹੁੰਦਾ ਹੈ। ਦਾਤਾਂ ਮਿਲ ਜਾਂਦੀਆਂ, ਤ੍ਰਿਪਤੀ ਨਹੀਂ ਉਹਨੂੰ ਮਿਲਦੀ। ਮਹਾਰਾਜ ਕਹਿੰਦੇ ਇੱਛਾ ਪੂਰਕ, ਜਾਂ ਅਸੀਂ ਬਚਨ ਪੜ੍ਹੇ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ, ਜਾਂ ਜਦੋਂ ਅਗਮ ਅਪਾਰੇ ਨੂੰ ਪਾਇਆ ਤਾਂ ਸਾਰੀਆਂ ਇੱਛਾ ਪੂਰੀਆਂ ਹੋਈਆਂ, ਨਹੀਂ ਤੇ ਨਹੀਂ ਹੁੰਦੀਆਂ। ਤ੍ਰਿਪਤ ਮਨੁੱਖ ਉਦੋਂ ਹੁੰਦਾ ਜਦੋਂ ਰੱਬ ਨੂੰ ਪਾ ਲੈਂਦਾ, ਫਿਰ ਉਹ ਕਹਿੰਦਾ ਇੱਛਾ ਕੋਈ ਹੈ ਹੀ ਨਹੀਂ ਹੈ। ਤੇ ਧਨ ਪਿੱਛੇ ਦੌੜਨ ਵਾਲੇ ਦੀ ਕਦੇ ਵੀ ਤ੍ਰਿਪਤੀ ਨਹੀਂ ਹੁੰਦੀ ਹੈ। ਦਾਸ ਨੇ ਪਹਿਲਾਂ ਹੀ ਬੇਨਤੀ ਕੀਤੀ ਹੈ, ਉਹ ਹੋਰ ਮੰਗਦਾ, ਉਹ ਕਦੇ ਰੱਜਦਾ ਨਹੀਂ। ਉਹ ਬਹੁਤ ਕੁਝ ਪ੍ਰਾਪਤ ਕਰਨਾ ਚਾਹੁੰਦੇ, ਬਹੁਤ ਕੁਝ ਪ੍ਰਾਪਤ ਕਰ ਲੈਂਦੇ, ਤ੍ਰਿਪਤੀ ਫਿਰ ਨਹੀਂ ਅੰਦਰ ਆਉਂਦੀ ਹੈ। ਇੱਥੇ ਮਹਾਰਾਜ ਕਹਿੰਦੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਪ੍ਰਭ ਅਗਮ ਅਪਾਰਾ, ਜਾਂ ਮਹਾਰਾਜ ਕਹਿੰਦੇ ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕਹਿ ਪਾਵੇ। ਆਪ ਪੈਰ ਨੂੰ ਕਹਿੰਦੇ ਰੱਬ ਦੇ ਚਰਨਾਂ ਨਾਲ ਜੁੜ ਕੇ ਤੇ ਸਾਰੀਆਂ ਇੱਛਾ ਹੀ ਪੂਰੀਆਂ ਹੋ ਗਈਆਂ। ਜਦੋਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ 'ਚ ਇੱਛਾ ਪੂਰੀ ਹੋਣ ਦੀ ਗੱਲ ਆਏਗੀ ਤੇ ਰੱਬ ਨਾਲ ਜੁੜਨ ਦੀ ਵੀ ਗੱਲ ਨਾਲ ਹੀ ਆਏਗੀ, ਕਿਉਂਕਿ ਤ੍ਰਿਪਤੀ ਤੇ ਫਿਰ ਰੱਬ ਨਾਲ ਜੁੜਿਆ ਹੀ ਹੋਣੀ ਹੈ। ਨਹੀਂ ਤੇ ਮਨੁੱਖ ਕੋਈ ਵੀ ਨਹੀਂ ਜੇ ਰੱਜਦਾ ਜੀ। ਹੁਣ ਬੜੀ ਦੌੜ ਹੈ, ਗੁਜ਼ਾਰੇ ਵਧੀਆ ਚੱਲਦੇ ਸਾਰਿਆਂ ਦੇ, ਨਹੀਂ ਹੈਗਾ ਵੀ ਕਿਸੇ ਨੂੰ ਕਿਸੇ ਚੀਜ਼ ਦੀ ਤੋੜ ਹੈ। ਸਭੇ ਇੱਛਾ ਪੂਰੀਆਂ ਸਾਧ ਸੰਗਤ ਮਿਲ ਪੂਰਾ ਪਾਇਆ। ਸਭੇ ਇੱਛਾ ਉਧਰ ਪੂਰੀਆਂ ਹੋਣੀਆਂ, ਸਾਧ ਸੰਗਤ ਮਿਲ ਪੂਰਾ ਪਾਇਆ, ਜਿੱਧਰ ਸੰਗਤ ਨੂੰ ਮਿਲ ਕੇ ਪੂਰੇ ਨੂੰ ਪਾ ਲਿਆ। ਸਭੇ ਇੱਛਾ ਉਧਰ ਪੂਰੀਆਂ ਹੋਣੀਆਂ। ਇੱਕ ਨਾ ਸ਼ਬਦ ਆਪਾਂ ਬਹੁਤ ਵਾਰੀ ਪੜ੍ਹਿਆ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਹਾਂ ਸੱਚ ਹੋਵੇ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੇ ਦਾ ਅਰਥ ਇਹ ਨਹੀਂ ਕੱਢਣਾ ਆ ਵੀ ਮੰਗਿਆ ਮਿਲ ਗਿਆ, ਆ ਵੀ ਮੰਗਿਆ ਮਿਲ ਗਿਆ, ਆ ਵੀ ਮੰਗ ਲਿਆ, ਤ੍ਰਿਪਤੀ ਫਿਰ ਵੀ ਨਹੀਂ ਹੈ। ਇੱਥੇ ਜਿਹੜਾ ਜੁੜ ਜਾਂਦਾ ਨਾ, ਜੋ ਮੰਗੇ, ਜੋ ਦਾ ਅਰਥ ਚਲੋ ਆਪਾਂ ਇਹ ਵੀ ਕਰਦੇ ਹਾਂ ਜਦੋਂ ਕਿਤੇ ਅਰਥ ਕਰੀਏ ਵੀ ਜਿਹੜੀ ਚੀਜ਼ ਮੰਗਦੇ ਆ ਉਹ ਮਿਲ ਜਾਂਦੀ ਹੈ। ਇੱਥੇ ਅਸਲ ਤੇ ਗੱਲ ਵੀ ਜਿਹੜਾ ਜੁੜ ਜਾਂਦਾ ਨਾ, ਫਿਰ ਜੋ ਮੰਗੇ, ਜੁੜ ਕੇ ਜਿਹੜਾ ਮੰਗਦਾ ਹੈ,
ਸੋਈ ਸੋਈ ਦੇਵੇ ਫਿਰ ਉਹੀ ਉਹਨੂੰ। ਤੇ ਜਿਹੜਾ ਜੁੜਨ ਵਾਲਾ ਕੀ ਮੰਗਦਾ, ਉਹ ਤ੍ਰਿਪਤੀ ਮੰਗਦਾ, ਉਹ ਧਨ ਨਹੀਂ ਮੰਗੇਗਾ। ਜਿਹੜਾ ਪੂਰਨ ਤੌਰ ਤੇ ਜੁੜਿਆ ਉਹ ਕਹਿੰਦਾ ਬਸ ਤੇਰੇ ਨਾਲ ਜੁੜਿਆ ਹੀ ਰਾਹ, ਇਹ ਬਖਸ਼ਿਸ਼ ਤੂੰ ਵਰਤਾ। ਉਹ ਹੋਰ ਦਿਨਾਂ ਦਾਤਾਂ ਦੀ ਇੱਛਾ ਨਹੀਂ ਰੱਖਦਾ। ਮਹਾਰਾਜ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ, ਸਾਰੇ ਸੁੱਖਾਂ ਦਾ ਦਾਤਾ ਜਿਹੜਾ ਹੈ ਉਹ ਹਰ ਹੈ। ਜਾ ਕੇ ਵਸ ਹੈ ਕਾਮ ਧੇਨਾ, ਕਾਮ ਧੇਨ ਇੱਕ ਗਊ, ਸਵਰਗੀ ਗਊ। ਹਿੰਦੂ ਵੀਰਾਂ ਦੇ ਗ੍ਰੰਥਾਂ 'ਚ ਲਿਖਿਆ ਵੀ ਉਹ ਗਾਂ ਜਿਹਦੇ ਕੋਲ ਵੀ ਹੁੰਦੀ ਹੈ ਨਾ, ਸਵਰਗੀ ਗਾਂ, ਉਹ ਜੋ ਮੰਗਦੇ ਪ੍ਰਾਪਤ ਕਰਵਾ ਦਿੰਦੀ ਹੈ, ਜੋ ਵੀ ਮੰਗਦਾ। ਵੈਸੇ ਤਾਂ ਮਨੁੱਖ ਨੂੰ ਸਬਰ ਰੱਖਣਾ ਚਾਹੀਦਾ, ਸੰਤੋਖ ਅੰਦਰ ਹੋਣਾ ਚਾਹੀਦਾ। ਮੰਨ ਲਓ ਹੁਣ ਸਾਡੀ ਸੋਚ ਹੈ ਵੀ ਇੰਨਾ ਕੁਝ ਮਿਲ ਗਏ ਤੇ ਫਿਰ ਮੈਂ ਤ੍ਰਿਪਤ ਮਿਲ ਜਾਏਗਾ। ਜੇ ਤੁਸੀਂ ਕਿਤੇ ਵੇਖੋ ਕਿ ਰੱਬ ਪ੍ਰਗਟ ਹੋ ਗਿਆ ਤੇ ਰੱਬ ਨੇ ਪ੍ਰਗਟ ਹੋ ਕੇ ਬੋਲ ਕਹੇ ਵੀ ਜੋ ਕੁਝ ਤੈਨੂੰ ਅੱਜ ਦੇ ਦਿਨ ਵਾਸਤੇ ਚਾਹੀਦਾ ਉਹ ਸਵੇਰੇ ਖੜ ਕੇ ਮੰਗ ਲਿਆ ਕਰ, ਜੋ ਮੰਗੇਗਾ ਦੇ ਦਿਆ ਕਰ। ਕੀ ਮਨੁੱਖ ਉਹਦੇ ਤੇ ਖੜੇਗਾ ਕਿ ਮੈਂ ਅੱਜ ਦੀ ਜ਼ਰੂਰਤ ਮੇਰੀ ਪੂਰੀ ਹੋ ਜਾਊਗਾ? ਮੰਗਾ ਮਨੁੱਖ ਬਹੁਤ ਕੁਝ ਮੰਗੇਗਾ। ਮਨੁੱਖ ਪੁਸ਼ਤਾਂ ਤੱਕ ਜੋੜਨ ਦੀ ਗੱਲ ਕਰੇਗਾ। ਮਨੁੱਖ ਨੂੰ ਤ੍ਰਿਪਤੀ ਨਹੀਂ ਆਉਣੀ। ਜੋ ਵੀ ਮੰਗ ਲੈ, ਜੋ ਰੱਬ ਕਹਦੇ ਵੀ ਜੋ ਮੰਗੇਗਾ ਤੈਨੂੰ ਮੈਂ ਦੇ ਦਿਆਂਗਾ, ਜੋ ਵੀ ਮੰਗ ਲੈਂਦਾ ਤ੍ਰਿਪਤੀ ਫਿਰ ਵੀ ਨਹੀਂ ਹੈ। ਕਾਮ ਧੇਨ ਗਊ ਐਸਾ ਹੀ ਕਰਦੀ ਜਿਹਦੇ ਕੋਲ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਸਿੱਖਾਂ ਤੇਰੇ ਵਾਸਤੇ ਤੇ ਕਾਮ ਧੇਨ ਗਊ ਨਾਮ ਹੈ, ਨਾਮ ਹੀ ਕਾਮ ਧੇਨ ਗਊ ਹੈ। ਨਾਮ ਨਾਲ ਜੁੜਿਆ ਕੀ ਨਹੀਂ ਮਿਲਦਾ? ਭਗਤੀਆਂ ਪਹਿਲੇ ਦਾਸ ਨੇ ਪੜ੍ਹ ਦਿੱਤੀਆਂ ਵੀ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਦਾ, ਕਿਹੜੀ ਚੀਜ਼ ਹੈ ਜਿਹੜੀ ਤੇਰੇ ਘਰ ਨਹੀਂ ਹੈ। ਇੱਕ ਵਾਰੀ ਅੱਗੇ ਵੀ ਬੇਨਤੀ ਕੀਤੀ ਸੀ ਕਿ ਉਹ ਕਿਸੇ ਰਾਜੇ ਨੇ ਨੁਮਾਇਸ਼ ਲਾਈ, ਉਹ ਕਹਿੰਦਾ ਵੀ ਇੱਕ ਚੀਜ਼ ਜਿਹਨੂੰ ਵੀ ਚਾਹੀਦੀ ਉਹ ਲਿਜਾ ਸਕਦਾ। ਹੁਣ ਰਾਜੇ ਨੇ ਬੜੀਆਂ ਕੀਮਤੀ ਚੀਜ਼ਾਂ ਸਨ ਮਹਿਲ ਦੇ ਅੰਦਰ, ਬੜੇ ਲੋਕ ਆਏ, ਸਮਾਨ ਕੱਢ ਕੇ ਬਾਹਰ ਰੱਖ ਦਿੱਤਾ ਵੀ ਭਾਈ ਇੱਕ ਜਣਾ ਇੱਕ ਚੀਜ਼ ਲਿਜਾ ਸਕਦਾ ਜਿਹੜੀ ਚੀਜ਼ ਕਿਸੇ ਨੂੰ ਚਾਹੀਦੀ ਜਾਂ ਪਸੰਦ ਹੈ। ਸਾਰੇ ਆਏ, ਕਿਸੇ ਨੇ ਕੁਝ ਲਿਆ, ਕਿਸੇ ਨੇ ਕੁਝ ਲੈ ਕੇ ਚੱਲਦੇ ਬਣੇ। ਇੱਕ ਮਾਈ ਆਈ, ਉਹਨੇ ਵੇਖਿਆ ਬਹੁਤ ਕੁਝ ਹੈ ਪਰ ਪ੍ਰਾਪਤ ਕੁਝ ਨਹੀਂ ਕੀਤਾ। ਕੋਈ ਸ਼ਾਮ ਪੈ ਗਈ, ਰਾਜਾ ਆਪਣੇ ਨੌਕਰਾਂ ਨੂੰ ਪੁੱਛਦਾ, ਕਹਿੰਦਾ ਵੀ ਜਿਹੜੀ ਨੁਮਾਇਸ਼ ਲਾਈ ਸੀ ਜੋ ਆਇਆ ਉਹਨੂੰ ਕੁਝ ਮਿਲਿਆ ਨਾ? ਕਹਿੰਦੇ ਜੀ ਸਭ ਜਿੰਨੇ ਵੀ ਆਏ ਸਾਰੇ ਕੁਝ ਨਾ ਕੁਝ ਲੈ ਕੇ ਗਏ। ਔਰ ਫਿਰ ਉਹਨਾਂ ਨੇ ਦੱਸਿਆ ਕਿ ਸਿਪਾਹੀਆਂ ਨੇ, ਕਹਿੰਦੇ ਜੀ ਇੱਕ ਮਾਈ ਆਈ ਹੈ, ਉਹ ਵੇਖਿਆ ਕਿ ਉਹਨੇ ਬਹੁਤ ਕੁਝ ਪਰ ਪ੍ਰਾਪਤ ਕੁਝ ਨਹੀਂ ਕੀਤਾ। ਸ਼ਾਇਦ ਉਹਨੂੰ ਕੋਈ ਚੀਜ਼ ਪਸੰਦ ਹੀ ਨਹੀਂ ਆਈ ਹੈ। ਉਹ ਰਾਜਾ ਕਹਿੰਦੇ ਵੀ ਉਹਨੂੰ ਸੱਦ ਲਓ, ਉਹਨੂੰ ਆਪਾਂ ਪੁੱਛ ਲੈਂਦੇ ਵੀ ਮਾਈ ਜੋ ਚਾਹੀਦਾ ਤੈਨੂੰ ਦੇ ਦਿੰਦੇ ਆ। ਚਲੋ ਦੂਸਰਿਆਂ ਨੂੰ ਜੋ ਕੁਝ ਪਸੰਦ ਸੀ ਉਹ ਲੈ ਕੇ ਮਾਈ ਨੂੰ ਪੁੱਛ ਕੇ ਦੇ ਦਿੰਦੇ ਵੀ ਮਾਈ ਤੇ ਹੈ ਇੱਕ, ਕੀ ਮੰਗ ਲੇਗੀ? ਲੈ ਆਂਦਾ ਜੀ। ਉਹ ਰਾਜਾ ਮਾਈ ਨੂੰ ਕਹਿੰਦੇ ਮਾਈ ਵੀ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆਈ? ਕਹਿੰਦੀ ਜੀ ਉਹਦੇ 'ਚੋਂ ਕੁਝ ਵੀ ਨਹੀਂ ਚਾਹੀਦਾ ਜਿਹਦੀ ਤੁਸੀਂ ਨੁਮਾਇਸ਼ ਲਾਈ। ਕਹਿੰਦੇ ਫਿਰ ਜੋ ਚਾਹੀਦਾ ਮੰਗ ਲਓ, ਦਿਓਗੇ? ਉਹ ਮਾਈ ਕਹਿੰਦੀ ਜੋ ਮੰਗਾਂਗੀ ਮਿਲੇਗਾ। ਕਹਿੰਦੇ ਤੁਹਾਡੇ ਨਾਲ ਵਾਅਦਾ ਕਰਦੇ ਰਾਜਾ, ਕਹਿੰਦਾ ਜੋ ਵੀ ਮੰਗੋਗੇ ਤੁਹਾਨੂੰ ਮਿਲੇਗਾ। ਉਹ ਮਾਈ ਕੋਲ ਆਣ ਕੇ ਖੜ ਕੇ ਉਹ ਰਾਜੇ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ ਵੀ ਮੈਨੂੰ ਤੇ ਤੂੰ ਚਾਹੀਦਾ, ਤੂੰ ਮੇਰਾ ਪੋਤੀ ਬਣਦਾ, ਵੀ ਮੇਰੇ ਘਰੇ ਔਲਾਦ ਕੋਈ ਨਹੀਂ ਹੈ। ਰਾਜਾ ਉੱਠਿਆ, ਉਹਨੇ ਉਸ ਮਾਈ ਦੇ ਚਰਨਾਂ ਤੇ ਹੱਥ ਲਾਇਆ, ਕਹਿਣ ਲੱਗਾ ਮਾਂ ਤੂੰ ਮੇਰੀ ਮਾਂ, ਮੈਂ ਤੇਰਾ ਪੁੱਤਰ, ਤੈਨੂੰ ਕਿਹਾ ਹੈ। ਹੁਣ ਦਾਸ ਜਿਹੜੀ ਬੇਨਤੀ ਕਰਨੀ ਚਾਹੁੰਦਾ ਹੈ, ਜੇ ਦਾਤਾ ਨਾਲੋਂ ਅਸੀਂ ਦਾਤੇ ਨੂੰ ਮੰਗ ਲਈਏ ਨਾ ਸਭ ਕੁਝ ਸਾਡਾ ਹੋ ਜਾਂਦਾ ਹੈ, ਕਿਉਂਕਿ ਦਾਤੇ ਦਾ ਹੀ ਤੇ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਅਸੀਂ ਦਾਤਾ ਮੰਗਦੇ ਹਾਂ, ਦਾਤੇ ਨੂੰ ਨਹੀਂ ਮੰਗਦੇ।
ਇੱਥੇ ਆਣ ਕੇ ਸਾਨੂੰ ਦਾਤੇ ਨੂੰ ਮੰਗਣਾ ਚਾਹੀਦਾ। ਦਾਤਾ ਮੰਗਾਂਗੇ ਕਿ ਇੱਕ ਦਾਤੇ ਨੂੰ ਮੰਗਾਂਗੇ, ਸਾਰੀਆਂ ਦਾਤਾਂ ਹੀ ਆ ਜਾਂਦੀਆਂ। ਮਾਈ ਜੇ ਤੇ ਇੱਕ ਚੀਜ਼ ਲੈ ਜਾਂਦੀ ਤੇ ਇੱਕ ਹੀ ਰਹਿਣੀ ਹੈ। ਹੁਣ ਉਹ ਰਾਜੇ ਦੀ ਮਾਂ ਉਹ ਸਿੰਘਾਸਨ ਤੇ ਬਿਠਾਤਾ ਉਹਨੇ ਵੀ ਇਹ ਮੇਰੀ ਮਾਂ, ਸਾਰੀ ਪ੍ਰਜਾ ਦਾ ਸਤਿਕਾਰ ਕਰਿਓ। ਜਦੋਂ ਰਾਜੇ ਨੂੰ ਪ੍ਰਾਪਤ ਕਰ ਲਿਆ ਤੇ ਸਭ ਕੁਝ ਦੀ ਮਾਲਕਣ ਵੀ ਨਾਲ ਦੀ ਨਾਲ ਬਣ ਗਈ। ਜਦੋਂ ਅਸੀਂ ਰੱਬ ਨੂੰ ਪ੍ਰਾਪਤ ਕਰਾਂਗੇ ਸਭ ਦੇ ਮਾਲਕ ਬਣ ਜਾਣਾ ਤੁਸੀਂ। ਹੁਕਮ ਚੱਲਦਾ ਉਸ ਮਨੁੱਖ ਦਾ ਸਾਰਿਆਂ ਦੇ। ਉਹ ਕੋਈ ਰਾਜਾ ਸੀ, ਉਹਨੂੰ ਵਿਰਾਗ ਪੈਦਾ ਹੋ ਗਿਆ। ਉਹ ਕਹਿੰਦਾ ਜੀ ਮੈਂ ਸਾਬਕ ਰੂਪ ਉਹਨੇ ਛੱਡ ਦਿੱਤਾ, ਕਹਿੰਦਾ ਵੀ ਮੈਂ ਉਹ ਵਿਰਾਗੀ ਤਿਆਗੀ ਬਣ ਗਿਆ। ਉਹਨੇ ਆਪਣੇ ਪੁੱਤਰ ਨੂੰ ਸਿੰਘਾਸਨ ਤੇ ਬਿਠਾ ਦਿੱਤਾ, ਕਹਿੰਦਾ ਵੀ ਤੂੰ ਸਾਂਭ, ਮੈਂ ਹੁਣ ਸਭ ਕੁਝ ਛੱਡ ਦਿੱਤਾ ਹੈ। ਉਹਨੂੰ ਲੋਕ ਨਾ ਤਾਨੇ ਮਾਰ ਕੇ ਉਸ ਰਾਜੇ ਨੂੰ ਕਹਿੰਦੇ ਹੋਏ ਤੂੰ ਕਾਹਦਾ ਰਾਜਾ, ਤੇਰਾ ਬਾਪ ਤੇ ਉਹ ਜੰਗਲਾਂ ਦੇ ਵਿੱਚੋਂ ਫਲ ਫੁੱਲ ਖਾ ਕੇ ਗੁਜ਼ਾਰਾ ਕਰਦਾ, ਪਾਗਲਾਂ ਦੀ ਤਰ੍ਹਾਂ ਤੁਰਿਆ ਫਿਰਦਾ। ਉਹ ਬੰਦਗੀ ਕਰਦਾ ਸੀ ਅਸਲ 'ਚ ਜੰਗਲ 'ਚ। ਕਹਿੰਦੇ ਤੇਰਾ ਰਾਜ ਕੀ ਕਹਿੰਦਾ। ਉਹ ਕਈ ਵਾਰੀ ਬਣਾਉਣ ਗਿਆ ਆਪਣੇ ਪਿਤਾ ਨੂੰ, ਕਹਿੰਦਾ ਪਿਤਾ ਜੀ ਤੁਸੀਂ ਆਓ, ਲੋਕ ਮੈਨੂੰ ਇਹੋ ਜਿਹੀਆਂ ਗੱਲਾਂ ਕਰਦੇ ਹੈ, ਅਸੀਂ ਰਾਜੇ ਹੈ, ਤੁਸੀਂ ਐਵੇਂ ਜੰਗਲਾਂ 'ਚ ਤੁਰੇ ਫਿਰਦੇ ਹੋ। ਉਹ ਕਹਿੰਦਾ ਨਹੀਂ, ਮੈਂ ਵਾਪਸ ਰਾਜ ਭਾਗ ਨਹੀਂ ਸਾਂਭ ਸਕਦਾ, ਮੈਂ ਛੱਡ ਦਿੱਤਾ। ਉਹ ਰਿਸ਼ਤੇਦਾਰ ਵੀ ਰਾਜਾ ਲੈ ਕੇ ਜਾਂਦਾ ਰਿਹਾ, ਸਾਰਿਆਂ ਨੂੰ ਨਾ ਮੰਨਿਆ, ਕਹਿੰਦਾ ਮੈਂ ਵਾਪਸ ਨਹੀਂ ਆਉਣਾ, ਰਾਜ 'ਚ ਨਹੀਂ ਆਉਣਾ। ਉਹ ਫਿਰ ਕੀ ਹੋਇਆ ਵੀ ਇੱਕ ਦਿਨ ਫਿਰ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਵੀ ਮੈਨੂੰ ਲੱਜਾ ਆਉਂਦੀ ਹੈ, ਦੂਸਰੇ ਰਾਜੇ ਮੇਰੀ ਬਦਨਾਮੀ ਕਰਦੇ ਆ, ਪ੍ਰਜਾ ਕਹਿੰਦੀ ਤੁਸੀਂ ਆਪਣੇ ਬਾਪ ਨੂੰ ਨਹੀਂ ਸਾਂਭਦੇ ਹੋ। ਉਹ ਨਦੀ ਦੇ ਕੰਢੇ ਤੇ ਰਾਜਾ ਬੈਠਾ ਹੈ ਤੇ ਉਹਨੇ ਹੱਥ 'ਚ ਇੱਕ ਸੂਈ, ਵੇਖੋ ਰਾਜਾ ਹੋ ਕੇ ਤੇ ਉਹ ਕੱਪੜੇ ਜਿਹੜੇ ਜਦੋਂ ਫਟ ਜਾਂਦੇ ਸੀ ਨਾ, ਕਮਜ਼ੋਰ ਹੋ ਜਾਂਦੇ ਕੱਪੜੇ, ਸੂਈ ਨਾਲ ਸਿਉਂ ਲੈਂਦਾ ਸੀ ਤੇ ਸੂਈ ਆਪਣੇ ਕੱਪੜਿਆਂ ਤੇ ਟੰਗ ਕੇ ਰੱਖਦਾ ਸੀ। ਤੇ ਉਹ ਜਦੋਂ ਪੁੱਤਰ ਆਇਆ ਕਹਿੰਦਾ ਪਿਤਾ ਜੀ ਚਲੋ ਅੱਜ ਤੇ ਤੁਹਾਨੂੰ ਲੈ ਕੇ ਜਾਣਾ, ਇਹ ਤੂੰ ਇੰਨੀ ਪ੍ਰਜਾ ਸਾਡੀ, ਤੁਹਾਡਾ ਹੁਕਮ ਚਲਾਓ, ਤੁਸੀਂ ਬੈਠ ਕੇ ਤੁਸੀਂ ਐਵੇਂ ਇੱਧਰ ਤੁਰੇ ਫਿਰਦੇ ਹੋ। ਉਹ ਜਿਹੜੀ ਸੂਈ ਸੀ ਨਾ, ਉਸ ਰਾਜਾ ਜਿਹੜਾ ਹੁਣ ਵਿਰਾਗੀ ਬਣ ਗਿਆ, ਉਹਨੇ ਨਾ ਉਹ ਪਾਣੀ 'ਚ ਸੁੱਟਤੀ ਜਿਹੜੇ ਨਦੀ ਦੇ ਕੰਢੇ 'ਤੇ ਬੈਠਾ ਹੈ। ਆਪਣੇ ਪੁੱਤਰ ਨੂੰ ਕਹਿੰਦਾ ਵੀ ਆਹ ਸੂਈ ਮੈਨੂੰ ਦੁਬਾਰਾ ਪ੍ਰਾਪਤ ਕਰਵਾ ਦੇ, ਲੱਭ ਦੇ ਤੇ ਮੈਂ ਵਾਪਸ ਚਲਾ ਜਾਵਾਂ। ਹੁਣ ਨਦੀ 'ਚ ਡਿੱਗੀ ਸੂਈ ਕਿਵੇਂ ਪ੍ਰਾਪਤ ਹੋਵੇ, ਕੀ ਪਤਾ ਕਿੱਧਰ ਚਲੀ ਗਈ, ਔਰ ਦਿਸਦੀ ਵੀ ਨਹੀਂ। ਉਹਨੇ ਬੜੇ ਫੌਜੀ ਬੰਦੇ ਲਾਏ, ਉਹ ਕਿਤੇ ਉਹ ਸੂਈ ਪ੍ਰਾਪਤ ਨਾ ਹੋਏ। ਕਹਿੰਦਾ ਪਿਤਾ ਜੀ ਵਾਪਸ ਚੱਲੋ, ਸੂਈ ਨਹੀਂ ਮਿਲਣੀ ਹੈ, ਤੁਸੀਂ ਨਦੀ 'ਚ ਸੁੱਟ ਦਿੱਤੀ ਹੈ, ਸੂਈ ਕਿਵੇਂ ਮਿਲੇ। ਫਿਰ ਉਹ ਕਹਿੰਦਾ ਮੈਂ ਸੂਈ ਪ੍ਰਾਪਤ ਕਰ ਸਕਦਾ। ਉਹੀ ਰਾਜਾ ਜਿਹੜਾ ਵਿਰਾਗੀ ਤਿਆਗੀ ਬਣ ਗਿਆ। ਕਹਿੰਦੇ ਜੀ ਉਹ ਕਿਵੇਂ। ਉਹਨੇ ਬੈਠੇ ਨੇ ਮੱਛੀ ਨੂੰ ਆਵਾਜ਼ ਮਾਰੀ, ਕਹਿੰਦਾ ਮੱਛੀ ਸੂਈ ਡਿੱਗ ਪਈ ਹੈ ਨਦੀ 'ਚ ਤੇ ਪ੍ਰਾਪਤ ਕਰਾਓ ਸਾਨੂੰ। ਉਹ ਮੱਛੀ ਸੂਈ ਲੈ ਕੇ ਆਈ ਜੀ, ਉਹਨੇ ਲਿਆ ਕੇ ਆਪਣਾ ਮੂੰਹ ਬਾਹਰ ਕੱਢਿਆ, ਉਹਨੂੰ ਸੂਈ ਪਕੜਾਈ ਤੇ ਸਾਰੇ ਹੈਰਾਨ ਹੋ ਗਏ। ਉਹ ਕਹਿਣ ਲੱਗਾ ਅੱਗੇ ਮੈਂ ਕੁਝ ਕੁ ਲੋਕਾਂ ਦੇ ਉੱਪਰ ਰਾਜ ਕਰਦਾ ਹਾਂ, ਹੁਣ ਮੇਰਾ ਸ੍ਰਿਸ਼ਟੀ ਦੇ ਉੱਪਰ ਰਾਜ ਹੈ। ਉਹ ਰਾਜੇ ਦੇ ਬੋਲ ਸਨ। ਕਹਿੰਦਾ ਅੱਗੇ ਕੁਝ ਬੰਦਿਆਂ ਤੇ ਰਾਜ ਕਰਦਾ ਹਾਂ, ਜਿੱਦਨ ਤੁਮ ਉਹ ਸਭ ਰਾਜਨ ਕੇ ਰਾਜਾ ਕੋ ਹਰ ਸਮਾਨ ਨੇ ਰਾਜਾ, ਉਹਦੀ ਸ਼ਰਨ 'ਚ ਪੈ ਗਿਆ। ਹੁਣ ਮੇਰਾ ਰਾਜ ਸਭ ਦੇ ਉੱਪਰ ਹੈ। ਉਹ ਬ੍ਰਹਮ ਹੋ ਚੁੱਕਿਆ ਹੈ, ਉਹ ਰੱਬ ਰੂਪ ਹੋ ਗਿਆ ਹੈ। ਕਹਿੰਦੇ ਹੁਣ ਮੈਂ ਜੋ ਚਾਹਾਂ ਕਰ ਸਕਦਾ, ਤੁਹਾਡੇ ਰਾਜ ਨੂੰ ਮਿੰਟ 'ਚ ਖਤਮ ਕਰ ਸਕਦਾ ਹੈ, ਮਿੰਟ 'ਚ ਕਿਤੇ ਰਾਜ ਸਥਾਪਿਤ ਵੀ ਕਰ ਸਕਦਾ ਹੈ। ਮੈਂ ਭਿਖਾਰੀ ਨੂੰ ਰਾਜਾ ਬਣਾ ਸਕਦਾ, ਰਾਜਾ ਨੂੰ ਇਹ ਬਖਸ਼ਿਸ਼ ਵਰਤਦੀ ਹੈ। ਕਿਸੇ ਦਾ ਇੱਕ ਬੋਲ ਕਿਸੇ ਨੂੰ ਬਰਬਾਦ ਕਰ ਦਿੰਦਾ। ਬੰਦਗੀ ਵਾਲਾ ਕੋਈ ਹੋਣਾ ਚਾਹੀਦਾ, ਇੱਕ ਅਸੀਸ ਕੰਗਾਲ ਨੂੰ ਰਾਜਾ ਵੀ ਬਣਾ ਦਿੰਦੀ ਹੈ। ਇਹ ਬਖਸ਼ਿਸ਼ਾਂ ਵਰਤਦੀ ਹੈ, ਇਹ ਉਹਦੀ ਰਹਿਮਤ ਵਰਤਦੀ ਹੈ। ਬੰਦਗੀ ਕਿਸੇ ਦੇ ਅੰਦਰ ਹੋਣੀ ਚਾਹੀਦੀ ਹੈ। ਮੇਰੀ ਬੰਦੀ ਭਗਤ ਛਡਾਵੇ, ਬੰਦੇ ਭਗਤ ਨਾ ਛੂਟੇ। ਮਹਾਰਾਜ ਨੇ ਲਿਖ ਦਿੱਤਾ ਛੂਟੇ ਮੋਹੇ ਦਾ ਮਤਲਬ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ ਰੱਬ ਜੀ, ਤੂੰ ਤੇ ਭਗਤਾਂ ਦੇ ਵਸ ਹੋ ਜਾਂਦਾ। ਆਸਰਾ ਤੇਰਾ ਹੀ ਹੈ ਭਗਤਾਂ ਦਾ, ਵੈਸੇ ਸਾਰਾ ਤੇਰੇ ਵਸ, ਸਭ ਕੋ ਤੇਰਾ ਵਸ। ਅਗਮ ਅਗੋਚਰਾ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਵੈਸੇ ਤੇ ਸਭ ਕੁਝ ਤੇਰੇ ਵਸ ਹੈ, ਪਰ ਤੂੰ ਭਗਤਾਂ ਤੇ ਵਸ ਹੋ ਜਾਂਦਾ। ਉਹ ਸਾਰਿਆਂ ਦਾ ਪੁੱਤਰ ਦਾ ਸਿਰ ਝੁਕ ਗਿਆ, ਕਹਿਣ ਲੱਗਾ ਜੀ ਵਾਕਈ ਤੁਸੀਂ ਤੇ ਸਾਰੇ ਸ੍ਰਿਸ਼ਟੀ ਦੇ ਰਾਜੇ ਬਣ ਗਏ ਹੋ। ਰਾਜਾ ਜਿਹੜਾ ਸੁਰਤ ਕਰਕੇ ਬਣਦਾ, ਹੁਣ ਵੇਖਣ ਨੂੰ ਤੇ ਉਹ ਕੰਗਾਲ ਸੀ, ਜੰਗਲ 'ਚ ਉਤਰਿਆ ਫਿਰਦੇ ਫਲ ਫੁੱਲ ਖਾ ਕੇ। ਉਹ ਕਹਿੰਦੇ ਮੇਰੇ ਵਰਗਾ ਰਾਜਾ ਕੋਈ ਨਹੀਂ ਹੈ।
ਤੇ ਜੇ ਆਪਾਂ ਦੁਨਿਆਵੀ ਗੱਲ ਕਰੀਏ, ਮਾਰੇ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸ੍ਰਿਸ਼ਟੀ ਦਾ ਰਾਜਾ ਵੀ ਦੁਖੀ ਹੈ, ਜਿਹਦੇ ਕੋਲ ਅੱਜ ਵੱਡੀ ਪਦਵੀ, ਉਹ ਕਿਹੜਾ ਸੁਖੀ ਹੈ? ਨੀਂਦ ਨਹੀਂ ਆਉਂਦੀ ਉਹਨੂੰ। ਸੁਖੀ ਕੌਣ ਹੈ? ਜਿਹਦੇ ਅੰਦਰ ਸੰਤੋਖ ਹੈ। ਮਹਾਰਾਜ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਤੇ ਨਾ। ਕਾਮ ਤੇ ਨਾ ਉਹਦੇ ਵਸ ਹੈ, ਨਾ ਵੀ ਕਾਮ ਤੇ ਨਾ ਕੋਈ ਸਿੱਖ ਵਾਸਤੇ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਹੇ ਮੇਰੇ ਜੀਅੜੇ ਸੋ ਐਸੇ ਹਰ ਨੂੰ ਧਿਆਉਂਦਾ ਫਿਰ ਕਿਉਂ ਨਹੀਂ ਹੈ? ਧਿਆਇਆ ਕਰ, ਜਿਹਦੇ ਵਸ ਖਾਨ ਸੁਲਤਾਨ ਹੈ, ਜਿਹਦੇ ਵਸ ਸਾਰੀ ਸ੍ਰਿਸ਼ਟੀ ਹੈ, ਫਿਰ ਉਹਨੂੰ ਕਿਉਂ ਨਹੀਂ ਜਪਦਾ? ਜਿਹਦੇ ਵਸ ਕਾਮ ਤੇ ਨਗਊ ਹੈ, ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ, ਜਿਹੜਾ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਤਾਂ ਸਾਰੇ ਸੁਖ ਮੇਰੇ ਮਨਾ ਤੈਨੂੰ ਪ੍ਰਾਪਤ ਹੋਣੇ ਹੈ, ਜੇ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ। ਦਾਸ ਨੇ ਪਹਿਲਾਂ ਹੀ ਪੰਕਤੀ ਪੜ੍ਹੀ ਹੈ। ਅਸੀਂ ਬਚਨ ਪੜ੍ਹਦੇ, ਧਰ ਜੀਆ ਦੇ ਇੱਕ ਟੇਕ ਤੂੰ, ਜਿੰਦੇ ਇੱਕ ਤੇ ਟੇਕ ਰੱਖ। ਲਾਹੀ ਬੇਡਾਨੀ ਆਸ, ਬਗਾਨਿਆਂ ਦੀ ਆਸ ਛੱਡ ਦੇ। ਨਾਨਕ ਨਾਮ ਧਿਆਈਐ, ਨਾਮ ਧਿਆ ਕਾਰਜ ਆਵੇ, ਰਾਸ ਤਾਂ ਤੇਰਾ ਕਾਰਜ ਰਾਸ ਹੋਣਾ ਹੈ। ਉਹ ਜਿੰਦੇ ਉਹਨੂੰ ਜਪ, ਜਿਹਦੇ ਕੋਲ ਸਾਰੇ ਸੁੱਖ ਨੇ, ਤੂੰ ਤੇ ਹੋਰਨਾਂ ਨੂੰ ਜਪਦਾ। ਸੱਪਾਂ ਦੀ ਪੂਜਾ ਕਰਨ ਵਾਲੇ ਸੱਪਾਂ ਵਰਗੇ ਬਣ ਜਾਂਦੇ ਹੈ, ਦਰਖਤਾਂ ਦੀ ਪੂਜਾ ਕਰਨ ਵਾਲੇ ਦਰਖਤ ਵਰਗੇ ਹੀ ਹੋ ਜਾਂਦੇ ਸਖਤ। ਉਹ ਦਰਖਤ 'ਚ ਗੁਣ ਵੀ ਹੁੰਦੇ ਆ, ਮੈਂ ਦੂਸਰਾ ਪੱਖ ਲੈ ਰਿਹਾ। ਵੈਸੇ ਜਿਹੜਾ ਸੰਤ ਮਹਾਂਪੁਰਖ ਉਹ ਦਰਖਤ ਵਰਗਾ ਹੁੰਦਾ ਹੈ, ਆਦਿ ਚਲਾਉਣ ਵਾਲੇ ਨੂੰ ਵੀ ਫਲ ਦਿੰਦਾ ਹੈ। ਉਹ ਜਿਹੜਾ ਕੱਟਣ ਵਾਲੇ ਨੂੰ ਵੀ, ਉਹ ਦਰਖਤ ਦੇ ਥੱਲੇ ਕਈ ਵਾਰੀ ਨਾ ਕੋਈ ਲੱਕੜਹਾਰਾ ਦਰਖਤ ਕੱਟਣ ਜਾਂਦਾ ਹੈ, ਤੇ ਪਹਿਲਾਂ ਉਹਦੀ ਛਾਂ ਮਾਣ ਦਾ ਥੱਲੇ ਬਹਿੰਦਾ, ਤੁਰ ਕੇ ਆਇਆ ਹੁੰਦਾ ਥੱਕ ਜਾਂਦਾ, ਤੇ ਜਿਹਦੇ ਦਰਖਤ ਦੇ ਥੱਲੇ ਬਹਿੰਦਾ ਨਾ, ਛਾਂ ਪਹਿਲਾਂ ਮਾਣਦਾ, ਫਿਰ ਉਹਦੀਆਂ ਜੜ੍ਹਾਂ ਨੂੰ ਆਰਾ ਵੀ ਪਾ ਦਿੰਦੇ, ਤੇ ਦਰਖਤ ਗੁੱਸਾ ਕੋਈ ਨਹੀਂ ਬਣਾਉਂਦਾ, ਮੇਰੀ ਛਾਂ ਮਾਣਨ ਵਾਲਿਆ ਮੇਰੀਆਂ ਜੜ੍ਹਾਂ ਵੱਢਣ ਲੱਗ ਪਿਆ। ਪਰ ਇਧਰੋਂ ਫਿਰ ਦਰਖਤ ਵਾਂਗੂ ਇੱਕ ਜਗ੍ਹਾ ਤੇ ਜੜ ਰੂਪ ਹੋ ਜਾਂਦਾ, ਖੜਾ ਰਹਿੰਦਾ ਸਖਤ। ਇਹ ਦੂਸਰਾ ਪੱਖ ਹੈ। ਤੇ ਜੇ ਅਸੀਂ ਮੁਰਦਿਆਂ ਨੂੰ ਪੂਜਾਂਗੇ, ਫਿਰ ਉਹਦੇ ਤੁਹਾਨੂੰ ਮੁਰਦੇ ਨਜ਼ਰ ਆਉਣਗੇ। ਅੱਜ ਜਿਹੋ ਜਿਹੀ ਦੀ ਅਸੀਂ ਪੂਜਾ ਕਰਾਂਗੇ, ਉਹੋ ਜਿਹੀ ਬਣ ਜਾਣਾ ਹੈ। ਤੇ ਮਹਾਰਾਜ ਕਹਿੰਦੇ ਤੂੰ ਉਹਦੇ ਨਾਲ ਕਿਉਂ ਨਹੀਂ ਜੁੜਦਾ ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ? ਜੇ ਬਣਨਾ ਹੀ ਚਾਹਣਾ ਫਿਰ ਰੱਬ ਵਰਗਾ ਬਣ, ਜੇ ਬਣਨਾ ਹੀ ਚਾਹਣਾ ਫਿਰ ਗੁਰੂ ਵਰਗਾ ਬਣ। ਭੂਤ ਪ੍ਰੇਤ ਥੋੜੀ ਤੂੰ ਬਣਨਾ ਹੈ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ, ਸਦਾ ਸਤਨਾਮ ਮਨਾ, ਸਦਾ ਉਸ ਸੱਚੇ ਨਾਮ ਨੂੰ ਜਪ। ਤੇ ਜਪਿਆ ਤੈਨੂੰ ਲਾਭ ਕੀ ਹੋਏਗਾ? ਹਲਤ ਪਲਤ ਮੁਖ ਉਜੜ ਹੋਈ ਹੈ, ਲੋਕ ਪਰਲੋਕ ਚ ਤੇਰਾ ਮੂੰਹ ਉਜੜ ਹੋਏਗਾ। ਨਿਤ ਧਿਆਈਏ, ਉਹਨੂੰ ਨਿਤ ਧਿਆਉਣਾ ਹੈ। ਨਿਤਨੇਮ ਦਿੱਤਾ ਨਾ ਮਹਾਰਾਜ ਨੇ। ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਭਲਕੇ ਸ਼ਬਦ ਦਾ ਅਰਥ ਰੋਜ਼ ਹੈ, ਰੋਜ਼ ਹੀ ਸਿੱਖ ਉੱਠਦਾ, ਬਾਣੀ ਪੜ੍ਹਦਾ, ਇਸ਼ਨਾਨ। ਆਪ ਰੋਜ਼ ਗੁਰਦੁਆਰੇ ਆਉਣੇ ਹੋ ਕਿ ਨਹੀਂ? ਮਰਦ ਕਹਿੰਦੇ ਆ ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਨਿਤ ਹਰ ਜਿਹੜਾ ਪੁਰਖ ਹੈ, ਨਿਰੰਜਨ ਹੈ, ਉਹਨੂੰ ਜਪਿਆ ਕਰ ਰਹਾਓ। ਜਹੇ ਹਰ ਸਿਮਰਨ ਭਇਆ, ਜਿੱਥੇ ਸਿਮਰਨ ਹੋਣ ਲੱਗ ਪਿਆ, ਤਹੇ ਉਪਾਦ ਗਤ ਕੀਨੀ। ਕਹਿੰਦੇ ਉੱਥੋਂ ਝਗੜੇ ਖਤਮ ਹੋ ਜਾਂਦੇ। ਉਪਾਦ ਝਗੜਿਆਂ ਨੂੰ ਕਿਹਾ ਗਿਆ, ਨਸ ਜਾਂਦੇ ਹੈ। ਵੱਡ ਭਾਗੀ ਹਾਜ ਜਪਣਾ, ਕਹਿੰਦੇ ਭਾਗਾਂ ਤੋਂ ਬਗੈਰ ਹੁਣ ਜਪਿਆ ਵੀ ਨਹੀਂ ਜਾਂਦਾ। ਵੱਡੇ ਭਾਗਾਂ ਵਾਲਾ ਹੀ ਜਪਦਾ ਹੈ, ਵੱਡੇ ਭਾਗਾਂ ਵਾਲੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਹੈ। ਵੱਡੇ ਭਾਗ ਭੇਟੇ ਗੁਰ ਦੇਵਾ। ਇੱਥੇ ਮਹਾਰਾਜ ਕਹਿੰਦੇ ਵੱਡ ਭਾਗੀ ਹਰ ਜਪਣਾ। ਭਾਗ ਚੰਗੇ ਹੋਣ ਤੇ ਰੱਬ ਜਪਿਆ ਜਾਂਦਾ ਹੈ। ਭਾਗ ਚੰਗੇ ਹੋਣ ਤੇ ਮੁਖ ਤੋਂ ਨਿਕਲਦਾ ਹੈ ਵਾਹਿਗੁਰੂ 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 ਵਾਹਿਗੁਰੂ। ਦੁੱਖ ਮੈਂ ਸਿਮਰਨ ਸਭ ਕਰੇ, ਸੁਖ ਮੈਂ ਕਰੇ ਨਾ ਕੋਈ। ਬਾਣੀ ਦੇ ਬੋਲ ਨਹੀਂ ਹੈ, ਸੁਣਦੇ ਹੋ ਆਪ ਜੀ ਬਹੁਤ ਮੇਰੇ। ਦੁੱਖ ਵੇਲੇ ਤੇ ਸਾਰੇ ਹੀ ਵਾਹਿਗੁਰੂ ਵਾਹਿਗੁਰੂ ਕਰਦੇ ਆ। ਜੇ ਸੁੱਖ ਵੇਲੇ ਕਰੇ ਨਾ, ਦੁੱਖ ਆਏਗਾ ਹੀ ਨਹੀਂ। ਸਰਬ ਸੁਖ ਦਾਤਾ ਹੈ ਨਾ। ਅਗਲੇ ਬਚਨ ਨੇ ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਨਾਨਕ ਨੂੰ ਗੁਰੂ ਨੇ ਮਤ ਦੇ ਦਿੱਤੀ, ਜਪ ਹਰ ਭਵਜਲ ਤਰਨਾ। ਹਰ ਨੂੰ ਜਪ ਕੇ ਹੀ ਭਵਜਲ ਤਰ ਸਕਦੇ ਆ।
ਸਾਨੂੰ ਵੀ ਤੇ ਇਹੀ ਮੱਤ ਦਿੰਦਾ ਗੁਰੂ। ਗੁਰੂ ਨਾਨਕ ਸਾਹਿਬ ਦਾ ਕੋਈ ਗੁਰੂ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਸਾਨੂੰ ਹੀ ਕਹਿ ਰਹੇ ਆ, ਉਹ ਸਿੱਖਾਂ ਤੈਨੂੰ ਗੁਰੂ ਇਹੀ ਮੱਤ ਹੀ ਦਿੰਦਾ ਹੀ, ਜਪ ਕੇ ਹੀ ਭਵਜਲ ਤੋਂ ਪਾਰ ਹੋ ਸਕਦਾ। ਕਿੰਨਾ ਕੁ ਅਸੀਂ ਜਪਦੇ ਹੁਣ ਅਸੀਂ ਵੇਖਣਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਨਾਮ ਜਹਾਜ਼ ਹੈ, ਜਿਹੜਾ ਚੜ੍ਹੇਗਾ ਉਹ ਹੀ ਪਾਰ ਉਤਰੇਗਾ। ਜਪਣਾ ਜਹਾਜ਼ ਤੇ ਚੜ੍ਹਦਾ ਹੈ। ਗੁਰੂ ਨੇ ਮੱਤ ਦਿੱਤੀ, ਜਪ ਹਰ ਭਵਜਲ ਤਰਨਾ। ਜਪ ਕੇ ਉਸ ਹਰ ਨੂੰ ਫਿਰ ਅਸੀਂ ਭਵਜਲ ਤੋਂ ਤਰ ਸਕਦੇ ਹਾਂ, ਪਾਰ ਹੋ ਸਕਦੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਭਾਈ ਇਹਨਾਂ ਸਥਾਨਾਂ ਦੀ ਸੇਵਾ, ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ। ਚੱਲ ਰਹੀਆਂ ਸੇਵਾਵਾਂ 'ਚੋਂ ਦੀਵਾਨ ਹਾਲ ਦੀ ਸੇਵਾ ਤੇ ਸਰੋਵਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਜੀ। ਸੇਵਾ 'ਚ ਹਿੱਸੇ ਪਾ ਕੇ ਆਪ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ। ਔਰ ਦੂਸਰੀ ਬੇਨਤੀ ਭਾਈ ਜੋ ਸਮਾਗਮ ਰੱਖਿਆ 8 ਮਈ ਨੂੰ, ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਹੈ ਵੀ ਆਪ ਜੀ ਜ਼ਰੂਰ ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਸੇਵਾ ਦੇ ਦਿੱਤੀ ਹੈ, ਧੰਨਵਾਦ ਹੈ। ਜਿਨ੍ਹਾਂ ਨੇ ਨਹੀਂ ਸੇਵਾ ਦਿੱਤੀ ਜ਼ਰੂਰ ਹਿੱਸਾ ਪਾਉਣਾ ਜੀ। ਆਪਾਂ ਪ੍ਰਚਾਰਕਾਂ ਦੀ ਸੇਵਾ ਕਰਨੀ ਹੈ ਤੇ ਭੁੱਲਰ ਸਾਹਿਬ ਜੀ ਆਪ ਜੀ ਤੋਂ ਸੇਵਾ ਪ੍ਰਾਪਤ ਕਰਨਗੇ ਤੇ ਇਹ ਭਾਈ ਜ਼ਰੂਰ ਆਪਣੇ ਸੇਵਾ 'ਚ ਹਿੱਸੇ ਪਾਉਣੇ। ਆਪਾਂ ਨੂੰ ਜਿੰਨੀ ਕੁ ਜ਼ਰੂਰਤ ਹੈ ਮਾਇਆ ਦੀ, ਉਹ ਸੰਗਤ ਨੇ ਕਿਰਪਾ ਕਰਨੀ, ਕਿਉਂਕਿ ਸਾਡਾ ਸਾਰਿਆਂ ਦਾ ਸਾਦਾ ਜਿਹੜਾ ਪ੍ਰੋਗਰਾਮ ਹੈ। ਜ਼ਰੂਰ ਸੇਵਾ 'ਚ ਹਿੱਸੇ ਪਾ ਕੇ ਭਾਈ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕੜੀ ਮਹੱਲਾ ਤੀਜਾ। ਆਨੰਦ